ਕੀ ਬੇਟੀ ਦੀ ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। 3 ਅਕਤੂਬਰ ਨੂੰ यूपी ਦੇ ਲਖੀਮਪੁਰ ਖੀਰੀ ਦੇ ਵਿੱਚ ਹਿੰਸਕ ਘਟਨਾ ਵਾਪਰੀ, ਜਿਸ ਦੇ ਵਿੱਚ ਕਿਸਾਨ ਤੇ ਪੱਤਰਕਾਰ ਸ਼ਹੀਦ ਹੋ ਗਏ ਤੇ ਭਾਜਪਾ ਵਰਕਰਾਂ ਦੀ ਵੀ ਮੌਤ ਹੋ ਗਈ। ਤੇ ਇਸ ਸਾਰੀ ਘਟਨਾ ਦੇ ਜਿਹੜੇ ਇਲਜ਼ਾਮ ਹੈ ਉਹ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਤੇ ਲੱਗੇ। ਆਸ਼ੀਸ਼ ਮਿਸ਼ਰਾ ਨੂੰ ਬਚਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਫਿਰ ਉਸ ਤੋਂ ਬਾਅਦ ਉਹ ਫਰਾਰ ਵੀ ਹੋ ਗਏ। ਪਰ ਫਿਰ ਬੀਤੇ ਕੱਲ ਉਹਨਾਂ ਨੇ ਆਤਮ ਸਮਰਪਣ ਕਰ ਦਿੱਤਾ, ਜਿਸ ਤੋਂ ਬਾਅਦ ਉਹਨਾਂ ਕੋਲ ਕਾਫੀ ਪੁੱਛ ਪੜਤਾਲ ਕੀਤੀ ਗਈ ਤੇ ਪੁੱਛ ਪੜਤਾਲ ਦੇ ਵਿੱਚ ਕੋਈ ਤਸੱਲੀ ਬਖਸ਼ ਜਵਾਬ ਆਸ਼ੀਸ਼ ਮਿਸ਼ਰਾ ਨਹੀਂ ਦੇ ਸਕੇ, ਜਿਸ ਕਰਕੇ ਉਹਨਾਂ ਦੀ ਗ੍ਰਿਫਤਾਰੀ ਹੋਈ ਤੇ ਉਹਨਾਂ ਨੂੰ ਰਿਮਾਂਡ ਤੇ ਲੈ ਲਿਆ ਗਿਆ। ਹੁਣ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਲਖੀਮਪੁਰ ਖੀਰੀ ਦੇ ਜਿਹੜੇ ਕਿਸਾਨ ਹੈ ਜੋ ਕਿ ਮੰਗ ਕਰ ਰਹੇ ਸੀ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਏ, ਉੱਥੇ ਕੀ ਉਹ ਕਿਸਾਨਾਂ ਦੇ ਵਿੱਚ ਮਾਹੌਲ ਪਾਇਆ ਜਾ ਰਿਹਾ ਹੈ, ਇਸ ਸਾਰੇ ਬਾਬਤ ਅਸੀਂ ਗੱਲਬਾਤ ਕਰਾਂਗੇ। ਤੇ ਸਾਡੇ ਨਾਲ ਗੱਲਬਾਤ ਕਰਨਗੇ ਜੀ ਸਾਡੇ ਪੱਤਰਕਾਰ ਗੁਰਨਾਮ ਸਿੰਘ ਬਿਲਗਾ ਜੀ, ਜੋ ਇਸ ਵੇਲੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਨਾਲ ਮੌਜੂਦ ਨੇ। ਤੁਹਾਨੂੰ ਅਸੀਂ ਸਿੱਧੇ ਗੱਲਬਾਤ ਕਰਾਵਾਂਗੇ। ਸੋ ਬਿਲਗਾ ਜੀ, ਤੁਸੀਂ ਮੇਰੀ ਆਵਾਜ਼ ਸੁਣ ਸਕਦੇ ਹੋ? जी जी बिलगा जी, हाँ जी, सत श्री अकाल बिलगा जी। बिलगा जी, की लग रहा ਤੁਹਾਨੂੰ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਉੱਥੋਂ ਦਾ ਕਿਸਾਨ ਤੇ ਪੰਜਾਬੀ ਭਾਈਚਾਰਾ ਹੈ ਉਹਦੇ ਵਿੱਚ ਕਿਹੋ ਜਿਹਾ ਆਲਮ ਹੈ, ਕੀ ਮਾਹੌਲ ਪਾਇਆ ਜਾ ਰਿਹਾ? ਹਰਪੀ ਜੀ, ਕੱਲ ਸ਼ਾਮ ਨੂੰ ਜਦੋਂ ਪਤਾ ਲੱਗ ਗਿਆ ਸੀਗਾ ਕਿ ਕਿਸੇ ਸਮੇਂ ਵੀ ਆਸ਼ੀਸ਼ ਮਿਸ਼ਰਾ ਦੀ ਜਿਹੜੀ ਪੁੱਛਗਿੱਛ ਲਈ ਸੱਦਿਆ ਗਿਆ, ਤਾਂ ਉਸ ਤੋਂ ਬਾਅਦ ਉਹਦੀ ਗ੍ਰਿਫਤਾਰੀ ਹੋਣੀ ਸੰਭਵ ਲੱਗ ਰਹੀ ਸੀ। ਭਾਵੇਂ ਕਿ ਪੁਲਿਸ ਨੇ ਬੜੇ ਲੰਬੇ ਸਮੇਂ ਬਾਅਦ 10:36 ਤੇ ਉਹ ਪੁਲਿਸ ਕੋਲ ਐਂਟਰ ਹੁੰਦਾ ਹੈ ਤੇ ਰਾਤ ਤਕਰੀਬਨ 1 ਵਜੇ ਦੇ ਨੇੜੇ ਤੇੜੇ ਉਹਦੀ ਗ੍ਰਿਫਤਾਰੀ ਪਾਈ ਜਾਂਦੀ ਆ। ਸਾਰਾ ਦਿਨ ਮਾਹੌਲ ਜਿਹੜਾ ਸੀਗਾ ਉਹ ਲਖੀਮਪੁਰ ਖੀਰੀ ਦਾ ਕਾਫੀ ਉਹ ਸੰਜੀਦਾ ਰਿਹਾ ਤੇ ਉਹ ਮਤਲਬ ਲੋਕਾਂ 'ਚ ਇੱਕ ਤਣਾਅ ਰਿਹਾ, ਕੀ ਹਾਲਾਤ ਹੋ ਸਕਦੇ ਨੇ, ਕੀ ਉਹਦੀ ਗ੍ਰਿਫਤਾਰੀ ਤੋਂ ਬਾਅਦ ਭਾਜਪਾ ਵਰਕਰ ਕੋਈ ਹੱਲਾ ਗੁੱਲਾ ਕਰ ਸਕਦੇ ਨੇ। ਪਰ ਸਮਾਂ ਲੰਘਦੇ ਜਦੋਂ ਰਾਤ ਦਾ 1 ਵਜਿਆ ਤਾਂ ਉਸ ਵੇਲੇ ਖਬਰ ਆ ਗਈ ਕਿ ਜਿੰਨੇ ਕੁ ਸਬੂਤ ਆਸ਼ੀਸ਼ ਮਿਸ਼ਰਾ ਲੈ ਕੇ ਗਿਆ ਸੀ ਉਹ ਪੂਰੇ ਕਿਸੇ ਤਰ੍ਹਾਂ ਵੀ ਪੁਲਿਸ ਦੀ ਤਸੱਲੀ ਨਹੀਂ ਕਰਾ ਸਕੇ। ਤੇ ਕੁਝ ਤਸਵੀਰਾਂ ਪੁਲਿਸ ਵੱਲੋਂ ਪੇਸ਼ ਕੀਤੀਆਂ ਗਈਆਂ ਜਿਹਨਾਂ ਵਿੱਚ ਉਹ ਲੱਗ ਗਿਆ ਸੀ ਕਿ ਆਸ਼ੀਸ਼ ਮਿਸ਼ਰਾ ਬਹੁਤ ਸਾਰੇ ਸਵਾਲਾਂ ਦੇ ਵਿੱਚ ਕੋਈ ਝੂਠ ਬੋਲ ਰਿਹਾ। ਇਸੇ ਕਰਕੇ ਆਸ਼ੀਸ਼ ਮਿਸ਼ਰਾ ਨੂੰ ਫਿਰ ਰਾਤ 1 ਵਜੇ ਪੁਲਿਸ ਨੇ ਗ੍ਰਿਫਤਾਰ ਕਰਕੇ ਐਲਾਨ ਕਰ ਦਿੱਤਾ ਕਿ ਉਹਦੀ ਗ੍ਰਿਫਤਾਰੀ ਆਲਰੇਡੀ ਰਿਕਾਰਡ ਦੇ ਵਿੱਚ ਪੈ ਗਈ। ਪਰ ਉਸ ਤੋਂ ਪਹਿਲਾਂ ਕੱਲ ਜਦੋਂ ਸਾਡੀ ਟੀਮ ਪੰਜਾਬੀ ਨੈਸ਼ਨਲ ਟੀਵੀ ਦੀ ਮੁੰਡਾ ਲਵਪ੍ਰੀਤ, ਜੋ ਕਿ ਪਲੀਆ ਇਲਾਕੇ ਦੇ ਲਾਗੇ ਦਾ ਰਹਿਣ ਵਾਲਾ ਸੀ, ਮਹਿਜ 18-19 ਸਾਲ ਦੀ ਉਹਦੀ ਉਮਰ ਸੀ, ਉਹਦੇ ਘਰ ਪਹੁੰਚਦੀ ਆ ਤਾਂ ਉੱਥੇ ਮਾਹੌਲ ਬੜਾ ਗਮਗੀਨ ਸੀ ਤੇ ਇੱਕੋ ਇੱਕ ਮਾਪਿਆਂ ਦਾ ਬੱਚਾ ਸੀ ਤੇ 2 ਪਿੱਛੇ ਉਹ ਆਪਣੀਆਂ ਭੈਣਾਂ ਛੱਡ ਗਿਆ ਤਾਂ ਮਾਂ-ਬਾਪ ਇਸ ਵੇਲੇ ਰੋਂਦੇ ਬਿਲਕਦੇ ਛੱਡ ਗਿਆ। ਅਸੀਂ ਉੱਥੇ ਕੱਲ ਜਦੋਂ ਬਲਵੀਰ ਸਿੰਘ ਰਾਜੇਵਾਲ ਸਮੇਤ ਸੰਯੁਕਤ ਮੋਰਚੇ ਦੇ ਲੀਡਰ ਜੰਗਵੀਰ ਸਿੰਘ ਚੌਹਾਨ, ਮਨਜੀਤ ਸਿੰਘ ਰਾਏ ਵਗੈਰਾ ਸਾਰੇ ਆਏ ਨੇ, ਉਹਨਾਂ ਨੇ ਵੀ ਪਰਿਵਾਰ ਦੇ ਨਾਲ ਆਪਣਾ ਦੁੱਖ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਿਵੇਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਆ ਕਿ ਸਰਕਾਰ ਵੱਲੋਂ ਆਸ਼ੀਸ਼ ਮਿਸ਼ਰਾ ਗ੍ਰਿਫਤਾਰ ਕਰ ਲਿਆ ਗਿਆ, ਤਾਂ ਲੋਕਾਂ ਨੂੰ ਕਿਤੇ ਨਾ ਕਿਤੇ ਥੋੜਾ ਇਸ ਗੱਲ ਦਾ ਸਕੂਨ ਜ਼ਰੂਰ ਹੈ ਕਿ ਇਹਦੀ ਗ੍ਰਿਫਤਾਰੀ ਲੋਕਾਂ ਦੇ ਜਿਹੜਾ ਦੁੱਖ ਆ ਉਹਨੂੰ ਥੋੜਾ ਕਹਿ ਸਕਦੇ ਆ ਘਟਾਊਗੀ ਜ਼ਰੂਰ। ਕਿ ਆਉਣ ਵਾਲੇ ਸਮੇਂ ਵਿੱਚ ਪੁਲਿਸ ਉਹਨੂੰ ਕਿਸ ਧਾਰਾ ਦੇ ਵਿੱਚ ਰੱਖਦੀ ਆ ਜਾਂ ਕਿੱਦਾਂ ਦੀ ਪੁਲਿਸ ਧਾਰਾ ਲਿਖਤ ਪੜ੍ਹ ਦੇ ਵਿੱਚ ਜਾਂ ਸਰਕਾਰ ਕਹਿ ਸਕਦੀ ਭਾਜਪਾ ਦੀ ਉਹਦੀ ਮਦਦ ਕਰ ਜਾਂਦੀ ਹੈ, ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਇਸ ਵੇਲੇ ਪੰਜਾਬੀ ਭਾਈਚਾਰੇ ਨੂੰ ਥੋੜਾ ਇਸ ਗੱਲ ਦਾ ਧਰਵਾਸ ਜ਼ਰੂਰ ਹੋਇਆ ਕਿ ਜਿਹੜਾ ਦੋਸ਼ੀ ਸੀ ਉਹ ਸਲਾਖਾਂ ਪਿੱਛੇ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਸੀ। ਭਾਵੇਂ ਕਿ ਹਜੇ ਵੀ ਕਿਸਾਨਾਂ ਦੀ ਮੰਗ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਉਹਦਾ ਮੰਤਰੀ ਇਸ ਵੇਲੇ ਬਾਪ ਸੱਤਾ ਦੇ ਉੱਤੇ ਕਾਬਜ ਹੋਇਆ ਬੈਠਾ ਆ, ਕੇਂਦਰੀ ਰਾਜ ਗ੍ਰਹਿ ਮੰਤਰੀ ਆ, ਉਹਨੂੰ ਵੀ ਅਸਤੀਫਾ ਜਲਦੀ ਤੋਂ ਜਲਦੀ ਦੇਣਾ ਚਾਹੀਦਾ, ਕਿਉਂਕਿ ਨਿਜ਼ਾਮ ਸਾਰਾ ਉਹਦੇ ਹੱਥ 'ਚ ਆ, ਪੁਲਿਸ ਸਾਰਾ ਉਹਦੇ ਹੱਥ 'ਚ ਆ। ਜਿੱਦਾਂ ਦਬਾਅ ਸੀ ਇਸ ਵੇਲੇ ਜਥੇਬੰਦੀਆਂ ਦਾ, ਆਮ ਲੋਕਾਂ ਦਾ, ਦੁਨੀਆ ਭਰ ਦੇ ਵਿੱਚ ਇਸ ਘਟਨਾ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਉਹਦੇ ਮੁਤਾਬਕ ਗ੍ਰਿਫਤਾਰੀ ਪਈ ਆ, ਪਰ ਹਜੇ ਲੋਕਾਂ ਦੀ ਪੂਰੀ ਤਸੱਲੀ ਉਦੋਂ ਹੋਊਗੀ ਜਦੋਂ ਉਹਦਾ ਬਾਪ ਮੰਤਰੀ ਜਿਹੜਾ ਆ ਉਹ ਅਸਤੀਫਾ ਦੇ ਕੇ ਕੈਬਨਿਟ ਚੋਂ ਬਾਹਰ ਹੋਊਗਾ। ਇਸ ਵੇਲੇ ਅਸੀਂ ਪਲੀਆ ਖੇਤਰ ਆ ਜਿਹੜਾ ਕਿ ਲਖੀਮਪੁਰ ਖੀਰੀ ਦਾ ਕਹਿ ਸਕਦੇ ਕਿ ਛੋਟਾ ਸ਼ਹਿਰ ਆ ਤੇ ਨਗਾਸਣ ਤਹਿਸੀਲ ਦਾ ਪਿੰਡ ਆ। ਅਸੀਂ ਇੱਕ ਪਿੰਡ ਦੇ ਵਿੱਚ ਨਜ਼ਦੀਕ ਆ ਜਿੱਥੇ ਕਿ ਸਾਡੇ ਪੰਜਾਬੀ ਭਾਈਚਾਰਾ ਜਿਹੜਾ ਕਿ ਕਹਿ ਸਕਦੇ ਕਿ ਇਸ ਇਲਾਕੇ ਦੇ ਵਿੱਚ ਬਹੁਤ ਲੰਬੀਆਂ ਮਿਹਨਤਾਂ ਕਰਕੇ ਇਸ ਇਲਾਕੇ ਨੂੰ, ਇਸ ਜੰਗਲ ਦੇ ਇਲਾਕੇ ਨੂੰ ਸਾਰੇ ਨੂੰ ਆਬਾਦ ਕਰਕੇ ਇਸ ਵੇਲੇ ਆਪਣਾ ਜੀਵਨ ਨਿਰਵਾਹ ਕਰ ਰਿਹਾ। ਸਾਡੇ ਕੋਲ ਇੱਕ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜੁੜੀ ਹੋਈ ਫੈਮਿਲੀ, ਜਿਨ੍ਹਾਂ ਦੇ ਕਿ ਪਿਛਲੇ ਲੰਬੇ ਸਮੇਂ ਦੇ ਵਿੱਚ ਕਹਿ ਸਕਦੇ ਹਾਂ ਕਿ ਬਾਪ ਦਾਦੇ ਇੱਥੇ ਆਏ ਸਨ,
ਤੇ ਉਹਨਾਂ ਨੇ ਆਣ ਕੇ ਇਸ ਖੇਤਰ ਦੇ ਵਿੱਚ ਕਿੱਦਾਂ ਆਪਣਾ ਰਹਿਣ ਸਹਿਣ ਸ਼ੁਰੂ ਕੀਤਾ, ਉਸ ਵੇਲੇ ਦੀਆਂ ਸਮੱਸਿਆਵਾਂ ਕੀ ਸੀਗੀਆਂ, ਉਹਨਾਂ ਨਾਲ ਕਰਦੇ ਹਾਂ ਗੱਲਬਾਤ ਜਿਹੜੀ ਸਾਡੇ ਨਾਲ ਜੀ ਫੈਮਿਲੀ ਆ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਜੀ। ਕਿਹੜਾ ਤੁਹਾਡਾ ਅੰਮ੍ਰਿਤਸਰ ਜ਼ਿਲ੍ਹਾ ਦੱਸਿਆ ਜਾ ਰਿਹਾ ਜੀ ਅੰਮ੍ਰਿਤਸਰ ਤੋਂ ਆਏ ਹਾਂ ਜੀ ਅਸੀਂ। ਜੀ? ਤੁਸੀਂ ਕਿੰਨੀ ਕੁ ਉਮਰ ਦੇ ਸੀ ਤੇ ਤੁਹਾਡੇ ਬਾਪ ਆਏ ਸੀਗੇ ਇੱਥੇ ਜੀ? ਜੀ ਸਾਡੀ ਉਦੋਂ ਉਮਰ 22-23 ਸਾਲ ਦੀ ਸੀਗੀ। ਜੀ। ਸਾਡੇ ਪਿਤਾ ਜੀ ਸਾਨੂੰ ਉੱਥੋਂ ਜ਼ਮੀਨ ਵੇਚ ਕੇ ਇੱਥੇ ਲੈ ਆਏ ਸਨ। ਅੰਮ੍ਰਿਤਸਰ ਦੇ ਕਿਹੜੇ ਇਲਾਕੇ ਤੋਂ? ਇਹ ਸ਼ਹਿਰੇ ਸਾਹਿਬ ਲਾਗੇ ਪਿੰਡ ਸੀ ਸਾਡਾ, ਕੋਟਲੀ ਨਸੀਰ ਖਾਂ। ਕੋਟਲੀ ਨਸ਼ੀਰ ਤੋਂ। ਹਾਂਜੀ। ਜਦੋਂ ਤੁਸੀਂ ਛੋਟੇ ਸੀ 22-23 ਸਾਲ ਦਾ ਮਤਲਬ ਉਸ ਵੇਲੇ ਤੁਸੀਂ ਨੌਜਵਾਨ ਸੀ, ਤੁਹਾਡੀ ਤਕਰੀਬਨ ਕਾਫੀ ਉਮਰ ਇਸ ਵੇਲੇ ਲੰਘ ਗਈ। ਕਿਹੜੀਆਂ ਸਮੱਸਿਆਵਾਂ ਸੀ ਜਦੋਂ ਤੁਸੀਂ ਇੱਥੇ ਆਏ ਸੀ ਤੇ ਕਿੰਨਾ ਕੁ ਹੁਣ ਫਰਕ ਪਿਆ? ਜੀ ਸਾਡੀ ਸਮੱਸਿਆ ਜਦੋਂ ਅਸੀਂ 3 ਭਾਈ ਸੀਗੇ ਤੇ ਸਾਡੇ ਕੋਲ 9 ਏਕੜ ਜ਼ਮੀਨ ਸੀ। ਜੀ। ਉੱਥੋਂ ਜ਼ਮੀਨ ਸਾਡੇ ਕੋਲ ਘੱਟ ਸੀਗੀ, ਉੱਥੋਂ ਵੇਚ ਕੇ ਅਸੀਂ 9 ਏਕੜ ਤੇ ਇੱਥੇ ਉੱਥੋਂ ਅਸੀਂ ਉਦੋਂ 18,000 ਨੂੰ ਏਕੜ ਵੇਚੀ ਸੀਗੀ। ਜੀ। ਇੱਥੇ 5,000 ਰੁਪਇਆਂ ਦੇ ਨਾਲ ਅਸੀਂ ਏਕੜ ਜ਼ਮੀਨ ਖਰੀਦੀ ਜੀ। ਤੇ ਤਾਂ ਅਸੀਂ ਇੱਥੇ ਆਏ। ਕਿੱਦਾਂ ਦੇ ਹਾਲਾਤ ਸੀ ਉਦੋਂ ਇੱਥੇ ਜ਼ਮੀਨ ਦੇ? ਉਦੋਂ ਇੱਥੋਂ ਦੇ ਹਾਲਾਤ ਬਹੁਤ ਵਧੀਆ ਸੀ। ਤੇ ਸੰਨ 84 ਦੇ ਵਿੱਚ ਜੋ ਦੰਗੇ ਹੋਏ ਤੇ ਉਦੋਂ ਸਾਡੇ ਤੇ ਬਹੁਤ ਵਿਪਤਾ ਪਈ। ਸਾਡੇ ਝਾਲੇ ਝੂਲੇ ਜਿੰਨੇ ਛੱਪਰ ਸੀ ਸਾਰੀਆਂ ਫੂਕੀਆਂ ਗਈਆਂ ਜੀ। ਸਾਡੇ ਤੇ ਬਹੁਤ ਮੁਸੀਬਤ ਆਈ ਤੇ ਜਿਹੜੇ ਵੀ ਇੱਥੋਂ ਦੇ ਸਰਦਾਰ ਸੀ, ਜਿਹਨੇ ਆਪਣੇ ਪਲੀਏ ਏਰੀਏ ਦੇ ਬਹੁਤ ਪੁਰਾਣੇ ਬੈਠੇ ਹੋਏ ਸਨ, ਉਹਨਾਂ ਨੇ ਸਾਡੀ ਬਹੁਤ ਹੀ ਮਦਦ ਕੀਤੀ। ਦੁਬਾਰਾ ਉਹਨਾਂ ਨੇ ਹੀ ਸਾਨੂੰ ਵਸਾਇਆ ਜੀ। ਮਤਲਬ 84 ਦਾ ਸੇਕ ਜਿਹੜਾ ਦਿੱਲੀ ਵਿੱਚ ਸੀਗਾ ਉਹ ਇੱਥੇ ਵੀ ਤੁਹਾਨੂੰ ਲੱਗਾ? ਬਹੁਤ ਬੜਾ ਜੀ, ਬਹੁਤ ਜ਼ਿਆਦਾ ਸਿੱਖ ਲੱਗਾ ਜੀ। ਉਸ ਤੋਂ ਪਹਿਲਾਂ ਜਿਹੜੀ ਆਮ ਲੋਕ ਸੀਗੇ ਉਹ ਕਿੱਦਾਂ ਮਿਲਦੇ ਵਰਤੇ ਸੀ? ਕਿੰਨੀ ਕੁ ਤੁਹਾਡੀ ਮਤਲਬ ਉਸ ਵੇਲੇ ਤੱਕ ਲੋਕਾਂ ਦੇ ਵਿੱਚ ਕਿੱਦਾਂ ਦੀ ਪਛਾਣ ਸੀ? ਉਦੋਂ ਜੀ ਪਹਿਲਾਂ ਤੇ ਏਡੀ ਵਧੀਆ ਸਾਡੀ ਪਛਾਣ ਸੀ, ਕੋਈ ਵੀ ਆਪਣੇ ਇੱਕ ਦੂਸਰੇ ਨੂੰ ਕੋਈ ਭੇਦਭਾਵ ਨਹੀਂ ਸੀ ਹੈਗਾ ਤੇ ਆਪਣੇ ਭੈਣ ਭਰਾ ਵਾਂਗ ਵਰਤਦੇ ਸੀਗੇ। ਤੇ ਜਦੋਂ ਇਹ ਅੱਗਾਂ ਲੱਗੀਆਂ ਤੇ 84 ਦੇ ਵਿੱਚ, ਉਦੋਂ ਹੀ ਇਹ ਭੇਦਭਾਵ ਹੋ ਗਈ। ਬਾਅਦ ਉਦੋਂ ਹੀ ਇਹਨਾਂ ਦੀ ਥੋੜੀ ਜਿਹੀ ਨਿਗਾਹ ਬਦਲ ਗਈ। ਤੇ ਤੁਹਾਨੂੰ ਜਦੋਂ ਤੁਸੀਂ ਆਏ ਆ ਤੇ ਜ਼ਮੀਨ ਉਸ ਵੇਲੇ ਮਸ਼ੀਨਰੀ ਤਾਂ ਜ਼ਿਆਦਾ ਹੈ ਨਹੀਂ ਸੀਗੀ, ਤੇ ਕਿੱਦਾਂ ਦੇ ਹਾਲਾਤ ਸੀਗੇ ਜਦੋਂ ਫਿਰ ਤੁਸੀਂ ਜ਼ਮੀਨ ਪੱਧਰੀ ਕੀਤੀ? ਦੱਸਦੇ ਕਿ ਜੰਗਲ ਸੀ ਸਾਰੇ? ਹਾਂਜੀ ਜੰਗਲ ਸੀ ਜੀ। ਉਦੋਂ ਜ਼ਮੀਨ ਉੱਚੀ ਨੀਵੀਂ ਸੀਗੀ, ਜੀ। ਕੋਈ ਪਾਣੀ ਦਾ ਸਾਧਨ ਨਹੀਂ ਸੀਗਾ ਜੀ, ਨਾ ਕੋਈ ਮਸ਼ੀਨਰੀ ਸੀਗੀ। ਤੇ ਹੌਲੀ ਹੌਲੀ ਅਸੀਂ ਆਪਣੇ ਜੰਗਲ ਨੂੰ ਆਬਾਦ ਕੀਤਾ ਤੇ ਆਪਣੇ ਹੌਲੀ ਹੌਲੀ ਪੱਧਰੀ ਕੀਤੀ। ਹੁਣ ਸਾਡੇ ਕੋਲ ਇੱਥੇ ਮੋਟਰਾਂ ਲੱਗੀਆਂ ਜੀ ਤੇ ਹੁਣ ਆਪਾਂ ਠੀਕ ਠਾਕ ਰਹਿ ਰਹੇ ਹਾਂ ਜੀ। ਬਿਲਗਾ ਜੀ, ਤੇ ਹੁਣ ਆ ਜਿਹੜਾ ਹੋਇਆ ਇਹਦੇ ਵਿੱਚ ਬਹੁਤ ਹੀ ਸਾਨੂੰ ਦੁੱਖ ਹੋਇਆ ਜੀ, ਜਿਹੜਾ ਪੰਜਾਬੀਆਂ ਨਾਲ ਇਹ ਕੀਤਾ ਗਿਆ ਜੀ। ਹਾਂਜੀ ਹਰਪ੍ਰੀਤ ਜੀ ਬਿਲਗਾ ਜੀ, ਇਹਨਾਂ ਨੂੰ ਪੁੱਛੋ ਕਿ ਇਹਨਾਂ ਨੇ ਗੱਲ ਕੀਤੀ ਹੈ ਭੇਦਭਾਵ ਦੀ, ਕਿ ਉਹਨਾਂ ਦੇ ਨਾਲ ਭੇਦਭਾਵ ਹੋਣਾ ਸ਼ੁਰੂ ਹੋਇਆ, ਕਿ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਮਾਹੌਲ ਕੀ ਹੈ, ਕਿ ਉਸੇ ਤਰ੍ਹਾਂ ਚੱਲ ਰਿਹਾ ਹੈ ਜਾਂ ਫਿਰ ਕੁਝ ਬਦਲਾਅ ਆਇਆ? ਜੀ ਸਵਾਲ ਸੀ ਕਿ ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਆ ਕਿ ਲੰਬੇ ਸਮੇਂ ਤੋਂ ਇੱਥੇ ਆਏ ਹੋਵੋਗੇ, ਕਿ ਕਿਹੜੇ ਸੰਨ ਚ ਆਏ ਸੀਗੇ? 80 ਜਾਏ ਜੀ। 80ਵਿਆਂ ਚ ਆਏ ਸੀ। ਤੇ ਜਦੋਂ ਉਸ ਵੇਲੇ ਪੰਜਾਬੀ ਭਾਈਚਾਰੇ ਦਾ ਜਾਂ ਸਿੱਖਾਂ ਦਾ ਲੋਕਾਂ ਦੇ ਵਿੱਚ ਕਿਰਦਾਰ ਵੀ ਵਧੀਆ ਸੀ, ਲੋਕ ਭਾਈਚਾਰੇ ਵਾਂਗੂ ਰਹਿੰਦੇ ਸੀਗੇ। ਵੀ ਜਦੋਂ ਇਹ 1984 ਦੀ ਘਟਨਾ ਵਾਪਰਦੀ ਤਾਂ ਉਸ ਵੇਲੇ ਫਿਰ ਸਥਿਤੀਆਂ ਬਦਲੀਆਂ ਤੇ ਉਸ ਤੋਂ ਬਾਅਦ ਫਿਰ ਹੁਣ 1984 ਤੋਂ ਬਾਅਦ 30-35 ਸਾਲ ਹੋ ਗਏ। 30-35 ਸਾਲਾਂ ਦੇ ਵਿੱਚ ਫਿਰ ਦੁਬਾਰਾ ਕਿੱਦਾਂ ਭਾਈਚਾਰਿਆਂ ਦੇ ਵਿੱਚ ਕੋਈ ਆਪਸੀ ਤਣਾਅ ਘਟਿਆ ਜਾਂ ਨਹੀਂ ਘਟਿਆ? ਨਹੀਂ, ਉਦੋਂ ਘਟ ਗਿਆ ਜੀ, ਬਹੁਤ ਹੀ ਫਰਕ ਪੈ ਗਿਆ। ਕੋਈ ਨਹੀਂ, ਆਪੋ ਵਿੱਚ ਮੈਂ ਭਾਈਚਾਰੇ ਨੂੰ ਰਹਿੰਦੇ ਆ ਤੇ ਹੁਣ ਆ ਜਿਹੜਾ ਨਾ ਇਹ ਮਾਹੌਲ ਜਿਹੜਾ ਥੋੜਾ ਜਿਹਾ ਫਰਕ ਪਿਆ ਹੀ ਆ। ਆਪ ਨੂੰ ਡਰ ਆਉਂਦਾ ਜੀ ਤੇ ਆ ਜਿਹੜਾ ਹੁਣ ਪੰਜਾਬੀਆਂ ਨਾਲ ਇਹਨਾਂ ਨੇ ਕੀਤਾ, ਧੱਕਾ ਕੀਤਾ ਤੇ ਇਹ ਤੋਂ ਵੇਖ ਕੇ ਸਾਨੂੰ ਡਰ ਆਉਂਦਾ ਕਿ 84 ਵਰਗੇ ਹਾਲਾਤ ਨਾ ਹੋ ਜਾਣ। ਬਿਲਗਾ ਜੀ, ਕੀ ਸਰਕਾਰ ਸਾਥ ਦੇ ਰਹੀ ਹੈ ਇਹਨਾਂ ਦਾ? ਇਹਨਾਂ ਨੂੰ ਪੁੱਛੋ। ਹਾਂਜੀ, ਕੀ ਸਰਕਾਰ ਜਿਵੇਂ ਕਿ ਕਾਫੀ ਦੇਖਦੇ ਸੀ ਕਿ ਭਾਜਪਾ ਨੇ ਜਦੋਂ ਸੱਤਾ ਸੰਭੀ ਆ ਤਾਂ ਉਸ ਤੋਂ ਪਹਿਲਾਂ ਇਹ ਇਲਜ਼ਾਮ ਲਾਉਂਦੇ ਹੁੰਦੇ ਸੀ ਕਿ ਜਿਹੜੀ ਸਮਾਜਵਾਦੀ ਪਾਰਟੀ ਦੀ ਸਰਕਾਰ ਆ ਉਹ ਤਾਂ ਗੁੰਡਿਆਂ ਦੀ ਸਰਕਾਰ ਆ, ਉਹ 'ਚ ਮਤਲਬ ਜਿਹੜੇ ਮਾੜੇ ਤੱਤਵ ਆ ਉਹ ਜ਼ਿਆਦੇ ਹੁੰਦੇ ਆ। ਤੇ ਜਿਸ ਤਰ੍ਹਾਂ ਜੋਗੀ ਬੈਠਾ ਆ, ਕੀ ਤੁਹਾਨੂੰ ਲੱਗਦਾ ਕਿ ਕੋਈ ਉਸ ਟਾਈਮ ਤੋਂ ਪਹਿਲੀ ਸੱਤਾ ਤੇ ਹੁਣ ਦੀ ਸੱਤਾ 'ਚ ਕੋਈ ਫਰਕ ਪਿਆ, ਜਾਂ ਸਰਕਾਰ ਤੁਹਾਡਾ ਕਿੰਨਾ ਕੁ ਸਾਥ ਦੇ ਰਹੀ? ਸਰਕਾਰ ਤੇ ਸਾਡਾ ਸਾਥ ਨਾ ਪਹਿਲੀ ਦਿੱਤਾ ਨਾ ਇਹਨੇ ਦਿੱਤਾ ਜੀ। ਕਿਸੇ ਵੀ ਸਰਕਾਰ ਨੇ ਸਾਡਾ ਸਾਥ ਕੁਛ ਨਹੀਂ ਦਿੱਤਾ ਜੀ। ਤੇ ਆਪਣਾ ਜੇ 84 ਦੰਗੇ ਹੋਏ ਅੱਜ ਤੱਕ ਸਾਨੂੰ ਕੋਈ ਕੁਛ ਨਹੀਂ ਮਿਲਿਆ ਜੀ। ਤੇ ਨਹੀਂ, ਤੁਹਾਡੇ ਉਦੋਂ ਘਰ ਸਾੜ ਦਿੱਤੇ ਗਏ? ਹਾਂਜੀ, ਪੂਰੇ ਘਰ ਸਾੜਤੇ। ਅਸੀਂ ਘਰੋਂ ਬੇਘਰ ਹੋ ਗਏ। ਤੀਸਰੇ ਚੌਥੇ ਦਿਨ ਇੱਥੇ ਘਰ ਵਾਪਸ ਆਏ ਸੀ ਜੀ। ਹਾਂਜੀ, ਪਹਿਲਾਂ ਜਿਹੜੀ ਇੱਥੇ ਸਾਡੇ ਮੁਸਲਮਾਨ ਸੀਗੇ ਉਹਨਾਂ ਸਾਡਾ ਬਹੁਤ ਵਧੀਆ ਸਾਥ ਦਿੱਤਾ। ਸਾਡੇ ਡੰਗਰਾਂ ਨੂੰ ਸਾਡੇ ਮਗਰੋਂ ਬਾਅਦ ਦੇ ਵਿੱਚ ਇਹ ਪਾਣੀ ਪਿਲਾਉਂਦੇ ਰਹੇ, ਪੱਠੇ ਪਾਉਂਦੇ ਰਹੇ। ਸਾਡੇ ਬਹੁਤ ਹੀ ਘਰੋਂ ਬੇਘਰ ਕਰਤਾ ਜੀ ਇਹਨਾਂ ਨੇ। ਇਹ ਜਿਹੜੀ ਹੁਣ ਘਟਨਾ ਹੋਈ ਹੈ, ਕੀ ਤੁਸੀਂ ਦੇਖਦੇ ਆ ਕਿ ਇਹ ਵੀ ਇੱਕ ਉਸ ਤਰ੍ਹਾਂ ਦਾ ਹੀ ਇੱਕ ਮੰਜ਼ਰ ਜਿਹੜਾ ਪੇਸ਼ ਕਰਨ ਵਾਲੀ ਸਰਕਾਰ ਦੀ ਜਾਂ ਏਜੰਸੀਆਂ ਦੀ ਜਾਂ ਇਹਨਾਂ ਲੋਕਾਂ ਦੀ ਲੱਗਦੀ, ਰਾਜਨੀਤਿਕ ਲੋਕ? ਹਾਂਜੀ, ਸਾਨੂੰ ਤੇ ਇਸ ਤਰ੍ਹਾਂ ਹੀ ਲੱਗਦਾ ਜੀ ਵੀ ਇਹਨਾਂ ਹਾਲਾਤ ਜਿਹੜੇ ਫਿਰ ਉਸ ਤਰ੍ਹਾਂ ਹੀ ਕਰ ਦੇਣੇ ਜਿਸ ਤਰ੍ਹਾਂ ਪਹਿਲਾਂ ਸੀ। ਜੀ ਹਾਂਜੀ ਹਰਪ੍ਰੀਤ ਜੀ।
ਜੀ ਬਿਲਕੁਲ ਜੀ। ਤੁਸੀਂ ਇਹਨਾਂ ਨੂੰ ਪੁੱਛੋ ਕਿ ਜਿਵੇਂ ਹੁਣ ਪੰਜਾਬ ਹੈ, ਪੰਜਾਬ ਦੀ ਸਥਿਤੀ ਇਹ ਹੈ ਕਿ ਇੱਥੋਂ ਤਾਂ ਲੋਕ ਆਪਣੇ ਬੱਚਿਆਂ ਨੂੰ ਬਾਹਰ ਭੇਜ ਹੀ ਰਹੇ ਨੇ ਕਿ ਇਹ ਹੁਣ ਉੱਥੇ ਜੋ ਮਾਹੌਲ ਚੱਲ ਰਿਹਾ ਹੈ ਕਿ ਉੱਥੇ ਵੀ ਉਹ ਸੋਚ ਰਹੇ ਨੇ ਕਿ ਆਪਣੇ ਬੱਚਿਆਂ ਨੂੰ ਉਹ ਵਿਦੇਸ਼ਾਂ ਦੀ ਧਰਤੀ ਤੇ ਭੇਜਣਗੇ ਜਾਂ ਫਿਰ ਆਪਣੇ ਕੋਲ ਹੀ ਰੱਖਣਾ ਚਾਹਣਗੇ। ਜੀ ਹਰਪ੍ਰੀਤ ਜੀ, ਵੀਰ ਜੀ ਆਪਣਾ ਕੀ ਨਾਂ? ਜਸਵੀਰ ਸਿੰਘ। ਜਸਵੀਰ ਸਿੰਘ ਜੀ, ਜਿਵੇਂ ਕਿ ਪੰਜਾਬ ਦੀ ਸਥਿਤੀ ਇਸ ਵੇਲੇ ਇਦਾਂ ਦੀ ਆ ਕਿ ਹਰ ਮਾਪਾ ਇਹ ਚਾਹੁੰਦਾ ਆ ਕਿ ਖਾਸ ਕਰਕੇ ਵੀ ਉੱਥੇ ਜ਼ਮੀਨਾਂ ਦੀ ਬੜੀ ਇਸ ਵੇਲੇ ਘਾਟ ਨੇ, ਗਾਂ ਤੋਂ ਗਾਂ ਵੰਡ ਹੋ ਗਈਆਂ ਜ਼ਮੀਨਾਂ। ਉੱਥੇ ਤਾਂ ਹਰ ਮਾਪਾ ਚਾਹੁੰਦਾ ਕਿ ਸਾਡਾ ਬੱਚਾ ਜਿਹੜਾ ਆ ਉਹ ਪੜ੍ਹਾਈ ਕਰੇ, ਤਾਂ ਆਈਲਟ ਕਰੇ, ਤਾਂ ਉਹ ਕੈਨੇਡਾ ਜਾਂ ਹੋਰ ਕਿਤੇ ਬਾਹਰਲੇ ਮੁਲਕਾਂ 'ਚ ਚਲ ਜਾਵੇ। ਕੀ ਇੱਥੇ ਦੇ ਨੌਜਵਾਨ ਇਸ ਬਾਰੇ ਕੀ ਸੋਚਦੇ ਆ? ਇੱਥੇ ਦੇ ਨੌਜਵਾਨ ਵੀ ਆਹੀ ਸੋਚਦੇ ਆ ਕਿ ਜਿਸ ਤਰੀਕੇ ਨਾਲ ਹਾਲਾਤ ਆ, ਗੰਨਾ ਬੀਜੀਦਾ ਆ, ਉਹਦਾ ਰੇਟ, ਉਹਦਾ ਜਿਹੜਾ ਸਾਨੂੰ ਪੈਸਾ ਆ 2-3 ਸਾਲ ਬਾਅਦ ਮਿਲਦਾ ਆ। ਜੇ ਆਹੀ ਹਾਲਾਤ ਰਹੂਗੇ ਤਾਂ ਅਸੀਂ ਵੀ ਆਹੀ ਸੋਚਣਾ ਸ਼ੁਰੂ ਕਰ ਦੇਣਾ। ਦੂਜਾ ਨੰਬਰ ਜਿਹੜੀ ਆ ਘਟਨਾ ਘਟੀ ਆ, ਇਸ ਤਰੀਕੇ ਨਾਲ ਜੇ ਘਟਨਾਵਾਂ ਹੋਣਗੀਆਂ, ਜੇ ਰਾਜਾ ਹੀ ਪ੍ਰਜਾ ਤੇ ਹਮਲਾ ਕਰਾਊਗਾ, ਜਿਸ ਤਰੀਕੇ ਨਾਲ ਜੇ ਕਿਸੇ ਦੇ ਘਰ ਜੇ ਜਾਓ ਉੱਥੇ ਤਾਂ ਕੀੜੀ ਵੀ ਸ਼ੇਰ ਬਣਦੀ ਆ। ਇਸ ਤਰੀਕੇ ਨਾਲ ਧਰਨੇ ਲਾਉਂਦੇ ਆ ਕਿਸਾਨ। ਪ੍ਰਧਾਨ ਮੰਤਰੀ ਦੇ ਕੋਲ ਵੀ ਲਾਇਆ, ਉਹਨੇ ਆ ਕੇ ਗੱਡੀਆਂ ਨਹੀਂ ਚੜਾਈਆਂ, ਇਹਨੇ ਗੱਡੀਆਂ ਚੜਾਤੀਆਂ। ਹੁਣ ਆਂਦੇ ਸਾਰੇ ਕਿਸਾਨ ਦੇ ਵਿੱਚ ਸ਼ਹੀਦ ਮੰਨੇ ਗਏ ਆ। ਜਿਹੜਾ ਲੜਕਾ ਲਵਪ੍ਰੀਤ ਸਿੰਘ 18-19 ਸਾਲ ਦਾ ਚੜਾਈ ਕਰ ਗਿਆ। ਹੁਣ ਆ ਸਾਰੀਆਂ ਪਾਰਟੀਆਂ ਆਣੀਆਂ, ਚਲੋ ਬਈ ਸਿਰਫ ਇੱਕ ਸ਼ਰਧਾਂਜਲੀ, ਇੱਕ ਹਿੰਮਤ ਵਧਾਉਣ ਵਾਸਤੇ ਭਾਈ ਜਿਗਰਾ ਰੱਖੋ, ਲੇਕਿਨ ਉਸ ਨੂੰ ਲਿਆ ਤਾਂ ਨਹੀਂ ਸਕਦੇ ਅਸੀਂ। ਜਿਗਰਾ ਨਹੀਂ ਹੋ ਸਕਦਾ। ਉਸ ਮਾਂ ਨੂੰ ਪੁੱਛੋ ਜਾ ਕੇ, ਉਸ ਪਿਤਾ ਨੂੰ ਪੁੱਛੋ ਜਾ ਕੇ। ਇਹ ਅਗਰ ਪਿਤਾ ਵੀ, ਅਸੀਂ ਪਿਤਾ ਦੇ ਕੋਲ ਸਵਾਲ ਕਰੀਦਾ, ਹਾਂ ਬਈ ਕਿ ਜਿਗਰਾ ਰੱਖੋ, ਪਿਤਾ ਇੰਨਾ ਸਾਂਭ ਕੇ ਰੱਖਦਾ। ਜੇ ਪਿਤਾ ਵੀ ਰੋਣ ਲੱਗ ਗਿਆ ਫਿਰ ਤਾਂ ਸਾਰਾ ਕੰਮ ਵਿਗੜ ਜਾਣਾ। ਹੁਣ ਮਾਤਾ ਆ, ਅਸੀਂ ਜਾਣਾ ਗਲ ਲਾ ਕੇ ਰੋਣ ਲੱਗ ਗਏ, ਉਸ ਬੇਰ ਤੋਂ ਰੋਣਾ ਸ਼ੁਰੂ ਕਰਨਾ, ਉਹਨੇ ਸ਼ਾਮ ਹੋ ਜਾਣੀ ਆ, ਉਹਦੀਆਂ ਆਂਦਰਾਂ ਕੀ ਕਹਿੰਦੀਆਂ ਹੋਣ। ਦੂਜਾ ਨੰਬਰ ਝੋਨਾ ਬੀਜਿਆ ਅਸੀਂ, ਇਹਦਾ ਬਸ ਰੇਟ 1800-1900 ਕੱਢੀਦਾ ਹੈ, ਬਸ ਖਬਰਾਂ 'ਚ ਸੁਣਦੀ ਦਾ। ਇੰਨਾ ਰੇਟ ਸਾਨੂੰ ਕਦੀ ਮਿਲਿਆ ਨਹੀਂ। ਹੁਣ ਸਾਰੇ ਲੋਕ ਪਰੇਸ਼ਾਨ, ਫਾਇਦਾ ਕੀ ਇਸ ਚੀਜ਼ ਦਾ? ਆ ਜਿਹੜੀ ਹੁਣ ਦੀ ਫਸਲ ਕਿਸ ਭਾਅ ਵਿਕ ਰਹੀ ਆ? ਇਸ ਫਸਲ ਦਾ ਕੋਈ ਰੇਟ, ਸ਼ਾਇਦ ਕੰਡੇ ਲਾ ਦਿੱਤੇ ਜਾਂਦੇ ਹਰ ਸਾਲ, ਕਈ ਸਾਲਾਂ ਤੋਂ ਕੰਡੇ ਲੱਗਦੇ ਆ। ਹਾਂ ਜੀ, ਕੰਡੇ ਲੱਗ ਗਏ, ਕਾਟਾ ਲੱਗਿਆ ਹੈ, ਔਰ ਬਾਣੀਏ ਖਰੀਦਦੇ ਆ 1200-1100, ਜੋ ਇਹਨਾਂ ਨੂੰ ਭਾਅ ਮਿਲ ਜਾਵੇ ਉਹ ਭਾਅ ਖਰੀਦ ਲੈਂਦੇ ਆ। ਗੰਨੇ ਦਾ ਵੀ ਹੁਣ, ਗੰਨੇ ਨੂੰ ਅਸੀਂ ਰੱਖ ਨਹੀਂ ਸਕਦੇ, ਜਾਏ ਤੇਰੇ ਤੇ ਗੰਨਾ ਵੱਢੋ, ਬਸ ਲੈ ਕੇ ਮਿਲ 'ਚ ਸਿੱਟ ਦੋ, ਬਸ 2 ਸਾਲ ਤੱਕ ਪੈਸੇ ਨਾ ਪੁੱਛੋ। ਇੰਨੀਆਂ ਸਰਕਾਰਾਂ ਆਣੀਆਂ, ਏਦਾਂ ਦੇ ਦੰਗੇ ਫਸਾਦ ਕਰਨੇ ਨੂੰ ਤਾਂ ਬਥੇਰੀਆਂ। ਕੋਈ ਆਹ ਨਹੀਂ ਕਹਿੰਦੇ ਆ ਕਿ ਭਾਈ ਆ ਸਿਰਫ ਬਜਾਜ ਹੀ ਏਦਾਂ ਦਾ ਜੇ ਆਹ ਰੇਟ ਦੇਈ ਜਾਵੇ, ਸਾਰੇ ਕਿਸਾਨ ਖੁਸ਼ਹਾਲ ਰਹਿਣ, ਸਾਰੀ ਪ੍ਰਜਾ ਖੁਸ਼ਹਾਲ ਰਹੇ। ਕੀ ਕਰੂਗੇ ਲੋਕ? ਜੀ ਬਿਲਕੁਲ ਜੀ। 2022 ਦੇ ਵਿੱਚ ਯੂਪੀ ਦੇ ਵਿੱਚ ਵੀ ਵੋਟਾਂ ਹੋਣ ਜਾ ਰਹੀਆਂ ਨੇ ਤੇ ਇਹਨਾਂ ਨੂੰ ਇਹ ਪੁੱਛੋ ਕਿ ਯੋਗੀ ਸਰਕਾਰ ਨੂੰ ਹੁਣ ਇਹਨਾਂ ਦਾ ਸਾਥ ਮਿਲੇਗਾ, ਕਿ ਇਹਨਾਂ ਦੀਆਂ ਵੋਟਾਂ ਮਿਲਣਗੀਆਂ? ਜੀ ਖਾਲਸਾ ਜੀ, ਜਿਵੇਂ ਕਿ ਆਪਾਂ ਦੇਖਦੇ ਹਾਂ ਕਿ 1984 ਦੀ ਘਟਨਾ ਤੋਂ ਬਾਅਦ ਜਿਹੜੀ ਸਿੱਖ ਕਮਿਊਨਿਟੀ ਸੀ ਉਹ ਕਾਂਗਰਸ ਤੋਂ ਕਾਫੀ ਦੂਰੀ ਬਣਾ ਗਈ ਸੀਗੀ, ਕਿਉਂਕਿ ਉਸ ਵੇਲੇ ਹਾਲਾਤ, ਜਾਂ ਤੁਸੀਂ ਆਪਣੇ ਪਿੰਡੇ ਦੇ ਹੰਡਾਈਆਂ ਨੇ, ਤੇ ਤੁਸੀਂ ਵੀ ਦੱਸਿਆ ਕਿ ਸਾਡੇ ਉਸ ਵੇਲੇ ਜਿਹੜੇ ਆ ਲੋਕਲ ਜਿਹੜਾ ਅੱਗ ਭਰੀ ਉਹਦੇ ਵਿੱਚ ਸਾਡੇ ਘਰ ਸਾੜ ਦਿੱਤੇ ਗਏ ਸੀ, ਭੱਜ ਕੇ ਜਾਨ ਬਚਾਈ। ਕਿ ਜਿੱਦਾਂ ਦੇ ਇਹ 35-36 ਸਾਲ ਬਾਅਦ ਹੁਣ ਦੁਬਾਰਾ ਹਾਲਾਤ ਪੈਦਾ ਕੀਤੇ ਜਾ ਰਹੇ ਆ, ਆਪਣੇ ਲੋਕ ਇਹ ਸੀ ਵੀ ਕਾਂਗਰਸ ਨੂੰ ਵੋਟ ਨਹੀਂ ਪਾਉਣੀ ਹੈਗੀ, ਕਿਤੇ ਨਾ ਕਿਤੇ ਭਾਜਪਾ ਨੂੰ ਪਾ ਦਿਓ, ਇਹ ਚੰਗੇ ਆ। ਪਰ ਜਦੋਂ ਹੁਣ ਇਹਨਾਂ ਕੋਲ ਸੱਤਾ ਆਈ ਆ ਤੇ ਇਹ ਉਸ ਤੋਂ ਵੀ 2 ਦਰਜੇ ਅੱਗੇ ਨਿਕਲੇ। ਕਿ ਹੁਣ ਜਿਹੜੇ ਹਾਲਾਤ 2022 ਦੇ ਵਿੱਚ ਇਲੈਕਸ਼ਨ ਆ ਰਹੀ ਆ, ਜਿੰਨੀ ਆਪਣੀ ਪੰਜਾਬੀ ਕਮਿਊਨਿਟੀ ਆ ਜਾਂ ਸਿੱਖ ਕਮਿਊਨਿਟੀ ਆ, ਕੀ ਲੱਗਦਾ ਆ ਕਿ ਭਾਜਪਾ ਨੂੰ ਵੋਟ ਦਊਗੀ? ਆ ਤਾਂ ਨਹੀਂ ਲੱਗਦਾ। ਜਿਸ ਤਰੀਕੇ ਨਾਲ ਹੁਣ ਕਾਂਗਰਸ ਨੇ ਇੱਥੇ ਘਰ ਜਿਹੜੇ ਫਾਰਮਾਂ 'ਚ ਉਹ ਸਾੜੇ ਗਏ, ਜਿਹੜੇ ਪੰਜਾਬੀਆਂ ਦੇ ਘਰ ਪਿੰਡਾਂ 'ਚ, ਅਸੀਂ ਪਿੰਡ ਵਾਲਿਆਂ ਨੇ ਸਾਥ ਦਿੱਤਾ ਵੀ ਇੰਨੀ ਘਰ ਨਹੀਂ ਸਾੜਨ ਦੇਣੇ, ਜੋ ਮਰਜ਼ੀ ਹੋ ਜਾਵੇ, ਜਦੋਂ ਤੁਸੀਂ ਉਧਰੋਂ ਮਾਰ ਕੇ ਆਓਗੇ ਅਸੀਂ ਇੱਧਰੋਂ ਮਾਰਾਂਗੇ। ਹੁਣ ਹਾਲਾਤ ਕਰਦੇ ਜਦ 2015 ਦੇ ਵਿੱਚ ਮੋਦੀ ਜੀ ਬਣੇ, ਇਹਨੇ ਆਂਦੇ ਹੀ ਨੋਟਬੰਦੀ ਕਰ ਦਿੱਤੀ। ਚਲੋ ਭਾਈ, ਜਿੰਨਾ ਪੈਸਾ ਸੀ ਸਾਰਾ ਕਢਾਤਾ। ਸਾਰੇ ਇਹਦੇ ਮਾਰੇ ਕੌਣ ਗਏ? ਗਰੀਬ। ਜਿਹਦੇ ਘਰ ਦੇ ਵਿੱਚ ਮੈਨੇਜਰ ਰਹਿੰਦਾ ਸੀ ਉਹ ਸਭ ਤੋਂ ਜ਼ਿਆਦਾ ਤਕੜਾ ਮਾਲਦਾਰ ਹੋ ਗਿਆ। ਜਿਹਦੇ ਘਰ ਦੇ ਵਿੱਚ ਵੱਡੇ ਅਧਿਕਾਰੀ ਇਹਦੇ ਬਣਾ ਗਏ ਪੈਸਾ, ਭੁਗਤਣਾ ਪਿਆ ਸਾਡੇ ਵਰਗਿਆਂ ਨੂੰ, ਜਿਹਨਾਂ ਕੋਲ 2000 ਰੁਪਈਆ ਉਹ ਮਿਹਨਤਾਂ ਕਰਦਾ ਫਿਰਦਾ। ਲਓ ਜੀ ਕਢਾ ਦੋ, ਲੈ ਤੂੰ ਤਾਂ 2 ਚੋਂ ਮੈਨੂੰ 15 ਹੀ ਦੇ ਦੋ, 18 ਰਹਿਣ ਦੋ, ਯਾਨੀ ਕਿ 15 ਦੇ ਦੋ, 5 ਤੁਸੀਂ ਰੱਖ ਲਓ। ਆਹ ਕਿੱਥੇ ਦੀਆਂ ਗੱਲਾਂ ਆ? ਦੂਸਰਾ ਨੰਬਰ, ਜਿਹੜਾ ਵੀ ਸਰਕਾਰ ਆਉਂਦੀ ਆ ਇੱਥੇ ਲਖੀਮਪੁਰ ਖੀਰੀ ਖੇਤਰ ਦੇ ਵਿੱਚ, ਤਰਾਈ ਖੇਤਰ, ਬਾੜ ਆ ਜਾਂਦੀ ਹੈ। ਇੱਕ ਤਾਂ ਬਾੜ ਦਾ ਪ੍ਰਭਾਵ, ਚਲੋ ਤਾਂ ਪਰਮਾਤਮਾ ਦੀ ਮਰਜ਼ੀ, ਬਾੜ ਆ। ਮੈਂ ਤੁਹਾਡਾ ਰੋਕ ਰਿਹਾ, ਮੈਨੂੰ ਹੁਣ ਕੁਐਸਚਨ ਨਾਲ ਜਾਂਦੇ ਲੈ ਜਿਓ ਵੀ ਇਹਨੂੰ ਮਤਲਬ ਆਪਾਂ ਤਰਾਈ ਖੇਤਰ ਕਾਹਦੇ ਕਹਿੰਦੇ? ਇਹਨੂੰ ਤਰਾਈ ਖੇਤਰ ਇਸ ਲਈ ਕਹਿੰਦੇ ਆ, ਜੋ ਇਸ ਤਰੀਕੇ ਦੇ ਸ਼ਾਰਦਾ ਦਰਿਆ, ਤੁਸੀਂ ਇੱਧਰ ਭੀਰ ਵੱਲੋਂ ਆਉਂਦੇ ਆ, ਅੱਗੇ ਜਾ ਕੇ ਮੋਹਨਾ ਨਦੀ, 3-4 ਨਦੀਆਂ ਇੱਥੇ ਵੱਜਦੀਆਂ ਆ।
ਉਸ ਕਰਕੇ ਤਰਾਈ ਖੇਤਰ ਕਰਾਂਦਾ ਤਾਂ ਗੰਨੇ ਦਾ ਹੀ ਖੇਤਰ ਜਾਂ ਗੰਨਾ ਬੀਜ ਲੈਂਦੇ ਲੋਕੀ, ਪਾਣੀ ਵਾਲਾ ਗੰਨਾ ਵੀ ਹੈਗਾ, ਜੇ ਮਰ ਗਿਆ ਗੰਨਾ ਤਾਂ ਬਸ ਗਏ, ਜੇ ਨਹੀਂ ਮਰਿਆ ਚਲੋ ਜੇ ਦੇ ਵੀ ਜਿਹੜਾ ਬਚਿਆ ਉਹ ਵੀ ਜ਼ਮੀਨ ਸਮਝ। 'ਚ ਨਮੀ ਇੰਨੀ ਆ ਵੀ ਤਰ ਰਹਿੰਦੀ ਜ਼ਮੀਨ। ਹਾਂਜੀ ਜ਼ਮੀਨ ਤਰ ਰਹਿੰਦੀ ਹੈ ਬਿਲਕੁਲ। ਹੁਣ ਪਾਣੀ ਆਪ ਦੀ ਜੀ ਦੇਖ ਜ਼ਿਆਦਾ ਰਹੇ ਮੋਟਰ ਲੱਗੀ ਆ ਸਾਹਮਣੇ, ਆ ਉੱਤੇ ਹੀ ਆ। ਹੁਣ ਤੁਸੀਂ ਪੰਜਾਬ 'ਚ ਦੇਖਣਾ ਵੀ ਸਾਡੇ ਵੀ ਹੁੰਦਾ ਤਾਂ 200 ਬੜਾ ਆਨੰਦ। ਫੁੱਟ ਤੇ। ਹਾਂਜੀ 200 ਫੁੱਟ ਤੇ ਆ, ਇੱਥੇ 200 ਫੁੱਟ ਤੇ 4 ਬੋਰ ਹੋ ਜਾਣੇ ਜੀ। ਹੁਣ ਇੱਥੇ ਜਿੱਦਾਂ ਪੰਜਾਬ ਦੇ ਪ੍ਰਾਹੁਣੇ ਆਓ, ਅਸੀਂ ਸਾਨੂੰ ਲੋੜ ਆ ਨਲਕੇ ਦੀ, ਅੱਧੇ ਘੰਟੇ ਦੇ ਵਿੱਚ ਅਸੀਂ ਨਲਕਾ ਖੜਾ ਕਰ ਦੇਣਾ। ਹੁਣ ਜੇ ਪੰਜਾਬ 'ਚ ਲੋੜ ਹੋਵੇ ਨਲਕਾ ਵਿਗੜ ਗਿਆ, ਸਾਨੂੰ 4 ਦਿਨ ਲੱਗ ਜਾਣੇ। ਇੰਨਾ ਫਰਕ ਹੈਗਾ। ਦੂਸਰਾ ਨੰਬਰ ਆਈ ਕਿ ਜਿਹੜੀ ਵੀ ਸਰਕਾਰ ਆਤੀ ਆ ਉਹ ਆਪਣਾ ਹੀ, ਉਹਦਾ ਹੁਣ ਮੋਦੀ ਆ ਸੁਣਦਾ ਹੀ ਨਹੀਂ। ਇੰਨਾ ਚਿਰ ਚੋਂ ਕਿਸਾਨ ਬੈਠੇ ਆ, ਉੱਥੇ ਸ਼ਹੀਦ ਹੋ ਗਏ ਆ, ਸਾਰੀਆਂ ਗੱਲਾਂ। ਇੱਥੇ ਵੀ ਹੁਣ ਸਰਕਾਰ ਆਈ, ਹੁਣ ਜੇ ਆਪਣੇ ਕਾਂਗਰਸ ਆਂਦੀ ਆ, ਕਾਂਗਰਸ ਨੂੰ ਚਲੋ ਬਈ ਭੁੱਲ ਸਾਰਿਆਂ ਤੋਂ ਹੁੰਦੀ ਆ। ਹੁਣ ਤਰੀਕੇ ਦੇ ਜਿਹੜੇ ਹੁਣ ਭਾਜਪਾ ਦੇ ਪੱਕੇ ਬੰਦੇ ਆ, ਉਹਨਾਂ ਦੇ ਸਾਹਮਣੇ ਤੁਸੀਂ ਜਿੰਨਾ ਮਰਜ਼ੀ ਗਾ ਲਓ, ਉਹਨਾਂ ਨੇ ਉਹਦੇ ਹੀ ਗੁਣ ਗਾਣੇ। ਠੀਕ ਆ। ਹੁਣ ਜਿਹੜੇ ਕਾਂਗਰਸ ਜੁੜੇ, ਉਹਨਾਂ ਨੇ ਕਾਂਗਰਸ ਦੇ ਆਪਣੇ ਸਾਰੀਆਂ ਚਲੋ ਪਾਰਟੀਆਂ ਹੁਣ ਆਈਆਂ। ਹੁਣ ਅੱਧੀ ਪ੍ਰਜਾ ਸੋਚ ਰਿਹਾ ਪਤਾ ਨਹੀਂ ਲੈ ਬਈ ਹੁਣ ਵੋਟਾਂ ਮੰਗਣ ਕਰਕੇ ਆ ਰਹੇ ਬਈ। ਹੁਣ ਕਿਸੇ ਦੇ ਦਿਲ ਨਹੀਂ ਪੜਿਆ ਜਾਂਦਾ ਬਈ ਆ ਸੀਗਾ ਇੱਕ ਭਾਈ ਕਿਸਾਨ ਦਾ ਬੰਦਾ ਹੀ ਸ਼ਹੀਦ ਹੋਇਆ, ਕਿਸਾਨ ਸ਼ਹੀਦ ਹੋਇਆ, ਕਿਸਾਨ ਦਾ ਬੇਟਾ ਸ਼ਹੀਦ ਹੋ ਗਿਆ, ਉਹਨੂੰ ਮਿਲਣ ਵਾਸਤੇ ਕੋਈ ਸ਼ਰਧਾਂਜਲੀ ਦੇਣ, ਇੱਕ ਦਿਲਾਸਾ ਦੇਣ ਵਾਸਤੇ ਕਈ ਲੋਕ ਗੱਲਾਂ ਬਣਾਉਂਦੇ ਜੀ ਇੰਨਾ ਪੇਮੈਂਟ ਇੰਨਾ ਪੈਸਾ। ਇਦਾਂ ਦੀ ਗੱਲ, ਪੈਸਾ ਉਸ ਪਿਤਾ ਨੇ ਕੀ ਕਰਨਾ ਹੈ ਜੀ, ਸਿਰਫ ਇੱਕ ਦਿਲਾਸਾ ਹੀ ਆ। ਚਲੋ ਆਂਦੇ, ਚਲੋ ਮਾਣ ਤਾਣ। ਹੁਣ ਸਿੱਧੂ ਜੀ ਵੀ ਆਏ, ਬੈਠੇ ਰਹੇ, ਚਲੋ ਹੁਣ ਉਹਨੂੰ ਫੜ ਲਿਆ ਵੀ ਗਿਆ ਆ, ਚਲੋ ਠੀਕ ਹੈ, ਨੀਚੇ ਤਸੱਲੀ ਹੋ ਗਈ, ਚਲੋ ਬਈ ਫੜਿਆ, ਥੋੜਾ ਬੰਦਾ ਠੰਡਾ ਹੋ ਗਿਆ। ਹੁਣ ਜਿਸ ਤਰੀਕੇ ਨਾਲ 12 ਤਰੀਕ ਨੂੰ ਉੱਥੇ ਭੋਗ ਪੈਣਾ ਆ, ਪਹਿਲਾ ਨੰਬਰ ਤਾਂ ਬੜੇ ਲੋਕਾਂ ਨੇ ਡਰ ਡਰ ਕੇ ਜਾਣਾ 12 ਤਰੀਕ ਨੂੰ, ਕਿਉਂਕਿ ਇੱਕ ਵਾਰ ਜਦ ਬੰਦਾ ਡਰ ਜਾਂਦਾ ਉਹ ਛੇਤੀ ਕਰਕੇ ਹਿੰਮਤ ਨਹੀਂ ਕਰਦਾ ਕਿ ਅਸੀਂ ਉਸ ਜਗ੍ਹਾ ਜਾਈਏ। ਤੁਹਾਨੂੰ ਲੱਗਦਾ ਵੀ ਇਹ ਘਟਨਾ ਦੇ ਨਾਲ ਜਿਹੜਾ 35-36 ਸਾਲ ਚ ਸਹਿਮ ਇੱਕ ਨਿਕਲ ਲਿਆ ਸੀਗਾ, ਵੀ ਉਹ ਸਹਿਮ ਦੁਬਾਰਾ ਇਹ ਸਰਕਾਰਾਂ ਪੈਦਾ ਕਰ ਰਹੀਆਂ? ਹਾਂਜੀ ਉਹ ਤਾਂ ਦੁਬਾਰਾ ਹੋ ਹੀ ਰਿਹਾ। ਹੁਣੀ ਹਾਲੇ 36 ਸਾਲ ਹੋ ਗਏ ਉਸ ਨੂੰ ਬਿਰਤੇ ਹੋਏ, ਬੰਦਾ ਹੌਲੀ ਹੌਲੀ ਭੁੰਨਣਾ ਸ਼ੁਰੂ ਹੋਇਆ ਸੀਗਾ। ਜਿਸ ਤਰੀਕੇ ਨਾਲ ਜਿੱਤੇ ਜਿਨ੍ਹਾਂ ਦੇ ਘਰ ਜੜੇ, ਉਹਨਾਂ ਨੂੰ ਪੈਸਾ ਵੀ ਦਿੱਤਾ, ਸਭ ਕੁਝ ਕਰਕੇ ਹੁਣ ਦੁਬਾਰਾ ਜੇ ਆ ਫੇਰ ਹੋ ਗਿਆ ਆ ਥੋੜੇ ਦਿਨਾਂ ਬਾਅਦ, ਹੁਣ ਫੇਰ ਸਮਝ ਲਓ ਆਹੀ ਹੋਇਆ ਕਰਨਾ। ਹਾਲੇ ਤਾਂ ਕੋਰੋਨਾ ਤੋਂ ਨਹੀਂ ਸਾਰੀ ਦੁਨੀਆ ਉਭਰੀ, ਦੂਸਰਾ ਨੰਬਰ ਆ ਸਿਸਟਮ ਹੋ ਗਿਆ। ਚਲੋ ਮੰਨ ਲਓ ਅਸੀਂ ਕਿਸੇ ਦੇ ਘਰ ਦੇ ਵਿੱਚ ਸੱਤ ਸੰਗਣ ਅਸੀਂ ਆ, ਜੇ ਦੀਵਾਨ ਲਾਣੇ, ਪਾਠ ਲਾਣੇ ਕਰਦੇ ਆ, ਤੁਹਾਨੂੰ ਨਹੀਂ ਚੰਗਾ ਲੱਗਦਾ ਦੂਜੀ ਵਾਰ ਨਾ ਬੁਲਾਓ, ਦੂਜੀ ਵਾਰ ਪਰਮਿਸ਼ਨ ਨਾ ਲੈਣ ਦਿਓ। ਆਹ ਨਹੀਂ ਕਿ ਪਿੱਛੇ ਸੁਰੇ ਆ ਰਹੇ ਸੀ ਕਿਸਾਨ, ਤੁਸੀਂ ਪਿੱਛੋਂ ਗੱਡੀਆਂ ਚੜਾ ਦਿਓ। ਪਿੱਠ ਵਿੱਚੋਂ ਬਾਹਰ ਕਰਨਾ ਕਿਹਨੇ ਲਿਖਿਆ? ਗੱਡੀ ਕੋਈ ਤੇਜ਼ ਥੋੜੀ ਆ, ਮੰਨ ਲਓ ਦੀਦਾ ਹੀ ਆ, ਬ੍ਰੇਕ ਮਾਰ ਲਓ। ਮੰਨ ਲਓ ਤੁਸੀਂ ਮੇਰੇ ਤੋਂ ਡਰਦੇ ਆ, ਤੁਸੀਂ ਦੂਜੇ ਰਾਹ ਨੂੰ ਨਿਕਲ ਦਿਓ, ਮੇਰੇ ਕੋਲ ਆਉਣ ਦੀ ਲੋੜ ਕੀ ਪਈ? ਬਹੁਤ ਰਾਹ ਆ, ਦੱਸਿਆ ਕੀ ਪਿਆ ਬਈ ਤੁਸੀਂ ਨਹੀਂ, ਸਾਹਮਣੇ ਉੱਥੇ ਲੱਗਿਆ ਮੋਰਚਾ, ਤੁਸੀਂ ਠੀਕ ਆ, ਦੂਜੇ ਪਾਸੇ ਹੁਣ ਮੋਦੀ ਆ, ਚਲੋ ਦਿੱਲੀ ਬੈਠੇ ਆ, ਉਧਰ ਨੂੰ ਜਾਂਦਾ ਹੀ ਨਹੀਂ, ਲੰਘ ਕੇ ਗੱਲ ਖਤਮ। ਇਸ ਤਰੀਕੇ ਨਾਲ ਉਹ ਵੀ ਤਾਂ ਜਾਵੇ, ਉਹਦਾ ਰੋਜ਼ ਪਤਾ ਨਹੀਂ ਕਿੰਨੀ ਮਰਵਾ ਦੇਵੇ ਬਈ। ਉਹ ਕਹਿੰਦਾ ਜੇ ਤੁਸੀਂ ਰਾਜਾ ਆ, ਰਾਜਾ ਦਾ ਕਰਮ ਹੁੰਦਾ, ਪ੍ਰਜਾ ਸਾਰੀ ਨਹੀਂ ਰਾਜੀ ਹੁੰਦੀ। ਜੇ ਆਪਣਾ ਇਤਿਹਾਸ ਪੜ੍ਹੋ ਗੁਰਸਿੱਖ ਦਾ, ਕਿ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਸਾਰੇ ਸਿਗਰਦ ਸੀ, ਆਪਣੇ ਹੀ ਸਾਰੇ ਗੱਦਾਰ ਬਣ ਜਾਂਦੇ ਸੀ। ਸਾਰੇ ਮੁਸਲਮਾਨ ਵੀ ਦੇਖੋ ਕਿੰਨੇ ਸਾਥ, ਕੋਈ ਉੱਚ ਦਾ ਪੀਰ ਬਣਾ ਕੇ ਕੱਢ ਰਿਹਾ, ਕੋਈ ਕਿਸ ਤਰੀਕੇ ਨਾਲ ਕੱਢ ਰਿਹਾ। ਇਸੇ ਤਰੀਕੇ ਨਾਲ ਹੁਣ ਸਾਨੂੰ ਚੱਲ ਮੰਨ ਲਓ ਤੂੰ ਬਣਿਆ, ਅਸੀਂ ਸਾਰੇ ਖੁਸ਼ ਆ, ਚਲ ਵੀ ਮੰਤਰੀ ਸਾਡੇ ਖੇਤਰ ਦਾ ਜਿਹੜਾ ਕੰਮ ਹੁਣ ਤੈਨੂੰ, ਹੁਣ ਕਿਹੜੇ ਮੂੰਹ ਨਾਲ ਤੇਰੇ ਕੋਲ ਜਾਵਾਂ, ਕਿਹੜੇ ਮੂੰਹ ਨਾਲ ਤੂੰ ਸਾਡੇ ਕੋਲ ਆਊਂਗਾ? 5 ਸਾਲ ਦੇ ਹੀ ਆ ਸਸਤਾ, 5 ਸਾਲ ਬਾਅਦ ਬਦਲੂਗਾ ਹੀ ਕਦੀ ਨਾ ਕਦੀ। ਹੁਣ ਬਦਲਣੇ ਵਾਲੇ ਕੰਮ ਤੁਸੀਂ ਆਪ ਹੀ ਕਰ ਲਏ ਆ ਇਸ ਤਰੀਕੇ ਨਾਲ। ਹਾਂ ਵੀ ਹਾਂ ਹੁਣ ਚੱਲ ਗਿਆ, ਜੇ ਸਹੀ ਕਰਦੇ ਨਾ, ਤੈਨੂੰ ਮਨਾ ਕੀਤਾ ਗਿਆ, ਤੂੰ ਨਾ ਆਉਂਦਾ। ਪੱਤਰਕਾਰ ਸੀ ਆਪ ਜੀ ਦੇ ਨਾਲ, ਪੱਤਰਕਾਰ ਨੂੰ ਤੁਸੀਂ ਉੱਥੇ ਜਿਹੜਾ ਮੇਨ ਸੀ ਉਹਨੂੰ ਚੱਕ ਕੇ ਲੈ ਗਏ, ਉਹਦਾ ਪਤਾ ਹੀ ਨਹੀਂ ਲੱਗਣ ਦਿੱਤਾ ਬਈ। ਜਾਂ ਦੂਜੀਆਂ ਲਾਸ਼ਾਂ ਉੱਥੇ ਪਈਆਂ ਸੀ, ਉਹ ਆਪਣੇ ਉੱਡ ਕੇ ਥੋੜੀ ਚੱਲ ਗਿਆ ਤੇ ਚਲਾ ਗਿਆ। ਇਸ ਤਰੀਕੇ ਦੇ ਨਾਲ ਸਾਰਾ ਦੇਖਿਆ ਜਾਵੇ, ਸਮਝਣਾ ਪੈਣਾ। ਹੁਣ ਲਵਪ੍ਰੀਤ ਦੇ ਘਰ ਕਿੰਨੀ ਦੁਨੀਆ ਆ ਰਹੀ, ਹੋਰ ਵੀ ਚੜਾਈ ਕੀਤੀ, ਜਿਹੜਾ ਹੁਣ ਉਹਦੇ ਘਰ ਵੀ ਸਿੱਧੂ ਜੀ ਆਏ, ਆਪਣੇ ਪੱਤਰਕਾਰ ਦੇ ਘਰ ਦੁੱਖ ਸੀ। ਤਾਂ ਹੀ ਆਦਾ ਹੈ ਨਹੀਂ ਕਿ ਜਿਹੜਾ ਵੀ ਆ ਰਿਹਾ ਪੰਜਾਬੀ ਭਾਈ ਦੇ ਘਰ, ਜੇ ਕੋਈ ਹਿੰਦੂ ਭਾਈ ਇਹਦੇ ਵਿੱਚ ਚੜਾਈ ਕਰਦਾ ਹੈ ਦੂਜੇ ਮਜ਼ਹਬ ਦਾ, ਉਹਦੇ ਵਿੱਚ ਚੱਲ ਜਾਣਾ ਸੀ। ਹੁਣ ਸਾਰਾ ਕਰਾਂਗੇ ਜੀ ਸਰਦਾਰਾਂ ਦਾ ਧਰਨਾ। ਆਹ ਸਰਦਾਰਾਂ ਦਾ ਧਰਨਾ ਨਹੀਂ ਆ, ਕਿਸਾਨਾਂ ਦਾ ਧਰਨਾ ਹੈ। ਕਿਸਾਨ ਦੇ ਵਿੱਚ ਸਾਰੇ ਲੋਕ ਆ ਜਾਂਦੇ ਆ, ਇਹਦੇ ਵਿੱਚ ਸਰਦਾਰਾਂ ਦੇ, ਤਾਂ ਕਿ ਸਭ ਤੋਂ ਜ਼ਿਆਦਾ ਖੇਸੀ ਜੋ ਹੈ ਸਿੱਖ ਸਰਦਾਰ ਲੋਕ ਹੀ ਕਰਦੇ। ਜਿੱਦਾਂ ਹੁਣ ਪੰਜਾਬ 'ਚ ਆ ਮੰਤਰੀ ਪੰਜਾਬੀ ਬਣ ਸਕਦਾ, ਹੁਣ ਉੱਥੇ ਕਿੱਦਾਂ ਕਹਿ ਦਈਏ ਅਸੀਂ ਹਿੰਦੂ ਬਣਾ ਦਿਓ, ਤੁਸੀਂ ਪੂਰਾ ਜ਼ੋਰ ਲਾ ਲਓ। ਇੱਥੇ ਜਿਹੜਾ ਮਰਜ਼ੀ ਜਿਹੜਾ ਵਧੀਆ ਜਿੰਦਾ ਚਲੋ ਠੀਕ ਆ ਲੜਦੇ। ਹੁਣ ਆਪਣੇ ਨਹੀਂ ਘੱਟ ਇੰਨੇ ਰਾਜਨੀਤੀ ਤੇ ਆਂਦੇ। ਹੁਣ ਮਨਮੋਹਨ ਸਿੰਘ 10 ਸਾਲ ਕੱਢ ਗਏ, ਚਲੋ ਵੀ ਬੈਠਣੇ ਜੋਗੇ ਸੀ। ਜੇ ਕੋਈ ਹੋਰ ਬੈਠੂਗਾ ਉਹ ਵੀ ਬਹਿ ਸਕਦਾ ਹੈ। ਤਖਤ ਤੇ ਬੈਠਣਾ ਕੋਈ ਗੁਨਾਹ ਨਹੀਂ ਹੈ, ਤਖਤ ਤੇ ਬੈਠਣੇ ਲਈ ਉਸ ਤਰੀਕੇ ਨਾਲ ਜਾਣਾ ਪੈਣਾ। ਚਲੋ ਵੀ ਮੋਦੀ ਨੂੰ ਸਮਝਿਆ ਸਾਰੇ ਕਰ, ਮੋਦੀ ਨੇ ਬੜਾ ਸਮਝਾਇਆ ਕਿ ਤੁਸੀਂ ਤਰੀਕੇ ਨਾਲ ਚਲੋ। ਹੁਣ ਮੋਦੀ ਉਥੋਂ ਆਹ ਥੋੜੀ ਕਹਿੰਦਾ ਕਿ ਤੇਰੇ ਘਰ ਕੋਈ ਆਊਗਾ ਤੂੰ ਏਦਾਂ ਕਰ, ਦੰਗਲ ਕਰਾ, ਫਿਰ ਇੰਨੇ ਤਕੜੇ ਉੱਥੇ ਹੋ ਰਹੀ, ਤੂੰ ਦੰਗਲ ਕਰਾਣਾ ਫਿਰਨਾ ਜੀ। ਹਾਂਜੀ ਹਰਪ੍ਰੀਤ ਜੀ, ਇਹਨਾਂ ਦਾ ਇਹ ਮੰਨਣਾ ਆ ਕਿ ਜਿਹੜਾ ਤੁਹਾਡਾ ਸਵਾਲ ਸੀ ਵੀ ਕੀ ਐਡੀ ਵੱਡੀ ਘਟਨਾ ਤੋਂ ਬਾਅਦ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਆ, ਜਾਂ ਕਹਿ ਸਕਦੇ ਕਿ ਭਾਈਚਾਰਾ ਇਸ ਖੇਤੀ ਨਾਲ ਜੁੜਿਆ ਹੋਇਆ, ਵੀ ਕੀ ਉਹ ਭਾਜਪਾ ਨੂੰ ਦੁਬਾਰਾ ਕਿਸੇ ਤਰ੍ਹਾਂ ਦਾ ਕੋਈ ਵੋਟ ਦੇ ਸਕਦਾ? ਤੇ ਇਹਨਾਂ ਦਾ ਇਹ ਮੰਨਣਾ ਹੈ ਕਿ ਐਡੀ ਘਟਨਾ ਤੋਂ ਬਾਅਦ ਸਾਡਾ ਖਾਸ ਕਰਕੇ ਪੰਜਾਬੀ ਭਾਈਚਾਰਾ
ਉਹ ਨਹੀਂ ਕਦੀ ਵੀ ਇਸ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਨੂੰ ਵੋਟ ਦੇਵੇਗਾ। ਜਿਵੇਂ ਕਿ 1984 ਦਾ ਹੀ ਨਹੀਂ ਜ਼ਿਕਰ ਕਰਤਾ ਕਿ ਉਹ ਹਜੇ ਸਾਡੇ ਫੱਟ ਜਿਹੜੇ ਜ਼ਖਮ ਆ ਹਜੇ ਭੁੱਲੇ ਨਹੀਂ ਸਨ, ਪਰ ਉਹ ਜਿਹੜੇ ਨਵੇਂ ਸੱਟ ਜਿਹੜੇ ਆ, ਨਵੇਂ ਫੱਟ ਜਿਹੜੇ ਆ, ਉਹ ਇਸ ਸਰਕਾਰ ਨੇ ਵੀ ਦੇਣ ਦੀ ਕੋਸ਼ਿਸ਼ ਕੀਤੀ ਆ। ਤੇ ਖੇਤੀ ਬਾਰੇ ਇਹਨਾਂ ਨੇ ਦੱਸਿਆ ਕਿ ਜਿਵੇਂ ਇਹ ਤਰਾਈ ਦਾ ਖੇਤਰ ਮੰਨਿਆ ਜਾਂਦਾ ਕਿ ਇਹ ਖੇਤਰ ਦੀ ਜ਼ਮੀਨ ਜਿਹੜੀ ਬਹੁਤ ਜ਼ਿਆਦਾ ਉਪਜਾਊ ਆ, ਬਹੁਤ ਭਾਰੀ ਜ਼ਮੀਨ ਆ, ਆਸੇ-ਪਾਸੇ ਦੋਨੀ ਪਾਸੇ ਨਦੀਆਂ ਵਗਦੀਆਂ ਨੇ ਤੇ ਪਾਣੀ ਦੀ ਇੱਥੇ ਕੋਈ ਕਿੱਲਤ ਨਹੀਂ ਹੈਗੀ, ਪਾਣੀ ਦੀ ਕੋਈ ਕਮੀ ਨਹੀਂ, ਮੋਟਰਾਂ ਉੱਪਰ ਹੀ ਪਈਆਂ ਨੇ। ਭਾਵੇਂ ਕਿ ਇਹ ਕਿਸਾਨ ਆਪਣੀ ਫਸਲ ਦਾ ਪੂਰਾ ਮੁੱਲ ਨਹੀਂ ਵੀ ਲੈ ਪਾਉਂਦੇ, ਪਰ ਇੰਨੇ ਕੁ ਜੋ ਕਿ ਹੈਗੇ ਨੇ ਕਿ ਇਹਨਾਂ ਨੇ ਜੰਗਲ ਦੇ ਵਿੱਚ ਆਣ ਕੇ ਮੰਗਲ ਲਾਇਆ ਹੋਇਆ। ਹਰ ਇੱਕ ਦੇ ਘਰ ਦੇ ਉੱਤੇ ਛੱਤ ਆ ਤੇ ਬੱਚੇ ਜਿਹੜੇ ਆ ਉਹ ਵੀ ਹੁਣ ਇਸ ਵੇਲੇ ਪੜ੍ਹ ਲਿਖ ਕੇ ਜੇ ਕੋਈ ਨੌਕਰੀ 'ਚ ਨਹੀਂ ਜਾਂਦਾ ਤਾਂ ਉਹ ਬਾਹਰ ਜਾਣ ਦੀ ਕੋਸ਼ਿਸ਼ ਵੀ ਕਰਦਾ। ਹਾਂਜੀ, ਅਗਲਾ ਸਵਾਲ। ਜੀ ਬਿਲਕੁਲ ਜੀ, ਮੈਨੂੰ ਲੱਗਦਾ ਕਿ ਇਹਨਾਂ ਦਾ ਇਹ ਕਹਿਣਾ ਕਿ ਸਰਕਾਰ ਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੇ ਇਹ ਧਰਨੇ ਲੱਗੇ ਹੋਏ ਨੇ ਜਾਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਇਹ ਕੱਲਾ ਸਿੱਖਾਂ ਦਾ ਨਹੀਂ ਬਲਕਿ ਇਹ ਕਿਸਾਨਾਂ ਦਾ ਹੈ ਤੇ ਕਿਸਾਨਾਂ ਦੇ ਵਿੱਚ ਹਰ ਧਰਮ ਦੇ ਲੋਕ ਸ਼ਾਮਿਲ ਨੇ। ਸਰਕਾਰ ਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ। ਸੋ ਬਿਲਕਾ ਜੀ, ਦੂਸਰੀ ਪਰ ਮੈਂ ਆਪਣੇ ਹਰਪ੍ਰੀਤ ਜੀ ਜਿਹੜੀ ਗੱਲ ਆ ਉਹਨਾਂ ਨੇ ਇੱਕ ਕਿਹਾ ਬਈ ਜਿਹੜਾ ਇੱਕ ਸਹਿਮ ਪੈਦਾ ਕੀਤਾ ਜਾ ਰਿਹਾ, ਜਿਹੜਾ ਸਹਿਮ ਆ, ਜਦੋਂ ਕਹਿੰਦੇ ਨਹੀਂ ਹੁੰਦੇ ਵੀ ਉਹ ਸ਼ੇਰ ਦੇ ਮੋਹਰੇ ਤੁਸੀਂ ਕਿਸੇ ਜਾਨਵਰ ਨੂੰ ਬੰਨ ਕੇ ਭਾਵੇਂ ਸੋਨਾ ਖਵਾ ਦਿਓ, ਜੋ ਮਰਜ਼ੀ ਖਵਾ ਦੇਵੇ, ਪਰ ਉਹਨੂੰ ਇੱਕ ਲੈਣੀ ਆ ਵੀ ਮੇਰੀ ਜਾਨ ਜਦੋਂ ਸ਼ੇਰ ਨੇ ਪਿੰਜਰੇ ਚੋਂ ਨਿਕਲਿਆ ਮੇਰੀ ਉਹਨੇ ਖਾ ਲੈ। ਮਤਲਬ ਇਹ ਕੁਝ ਧਿਰਾਂ ਇਦਾਂ ਦੀਆਂ ਜਾਂ ਪਾਰਟੀਆਂ ਜਾਂ ਸਰਕਾਰਾਂ ਕਹਿ ਸਕਦੇ ਇਦਾਂ ਦੀਆਂ ਇਦਾਂ ਦੇ ਹਾਲਾਤ ਪੈਦਾ ਕਰਨਾ ਚਾਹੁੰਦੀਆਂ ਕਿ ਇਹਨਾਂ ਨੂੰ ਵੀ ਇਸ ਗੱਲ ਦਾ ਪਤਾ ਆ ਵੀ ਪੰਜਾਬ ਹਰਿਆਣਾ ਵਿੱਚ ਬਹੁਤ ਵੱਡੀ ਤਾਦਾਦ ਵਿੱਚ ਸਿੱਖ ਕਮਿਊਨਿਟੀ ਆ, ਉੱਥੇ ਇਹਨਾਂ ਦੇ ਪੈਰ ਨਹੀਂ ਲੱਗਣੇ। ਇੱਕ ਸਿਰਫ ਇਹੀ ਉੱਤਰਾਖੰਡ ਤੇ ਯੂਪੀ ਦਾ ਹਿੱਸਾ ਜਿੱਥੇ ਪੰਜਾਬੀ ਮਿਨੋਰਿਟੀ ਵਿੱਚ ਨੇ, ਸਿੱਖ ਮਿਨੋਰਿਟੀ ਦੇ ਵਿੱਚ ਨੇ, ਉੱਥੇ ਇਹ ਇਦਾਂ ਦੀ ਘਟਨਾ ਕਰਕੇ ਜਿਹੜੀ ਕਿ ਆਪਾਂ ਵੀਡੀਓ ਦੇ ਵਿੱਚ ਦੇਖ ਲਈ ਆ, ਇਹ ਇੱਕ ਇਦਾਂ ਦਾ ਮੈਸੇਜ ਦੇਣਾ ਚਾਹੁੰਦੇ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਸਕਦੇ ਆ ਕਿ ਇਸ ਅੰਦੋਲਨ ਨੂੰ ਕਿਤੇ ਨਾ ਕਿਤੇ ਚੁੰਡੀ ਵੱਢਣ ਵਾਲੀ ਗੱਲ ਇਹ ਹੋਈ ਆ। ਜੀ ਬਿਲਕੁਲ ਜੀ, ਅਸੀਂ ਆਪਣੇ ਦਰਸ਼ਕਾਂ ਨੂੰ ਤਾਜ਼ਾ ਅਪਡੇਟ ਨਾਲ ਦੀ ਨਾਲ ਦਿੰਦੇ ਰਵਾਂਗੇ। ਅਸੀਂ ਉਹਨਾਂ ਨੂੰ ਦੱਸਦੇ ਰਵਾਂਗੇ ਕਿ ਲਖੀਮਪੁਰ ਖੀਰੀ ਦੇ ਵਿੱਚ ਕੀ ਕੁਝ ਵਾਪਰਿਆ, ਕੀ ਕੁਝ ਹੋਰ ਵਾਪਰ ਰਿਹਾ, ਤੇ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।